देश विदेश बैठे साढ़े सारे दर्शक जो जुड़ चुके हैं डी पंजाबी दे नाल, उन्हां दा निੱਘਾ स्वागत करते हैं। प्रोग्राम खास खबर एक नज़र दे विच मैं नवजोत कौर। खबरां दी सही पड़चोल करना, उहदा निचोड़ कढ़ना इस प्रोग्राम का खास मकसद है। उस खास मकसद दे विच साडे नाल जुड़दे ने पत्रकारी के खेतर दे नाल जुड़े हुए माहिर अज दे स्टूडियो च पहुंच चुके हैं। अज दे माहिर तुहानूं मिलवाउंदे आ, उन्हां दा स्वागत करते हैं। उगे पत्रकार डॉक्टर लखविंदर जौहल होरां दा। डॉक्टर साहब स्टूडियो च बहुत बहुत स्वागत है जी। मेहरबानी। खबरां दा जिहड़ा असीं सिलसिला शुरू करना जिहदे विच असीं इन्हां नूं डिस्कस करना है सर, उस तो पहलां क्योंकि बसंत पंचमी अज बसंत दा त्यौहार है ते इहदे बारे तुसीं साडे दर्शकां नूं की कहना चाहोगे? क्योंकि जिथे लोग त्यौहार मनाउंदे ने खुशी दे चाह दे नाल, उत्थे बहुत सारे जिहड़े छोटी छोटियां घटनावां इदां दीयां वापर जांदियां जिहदे करके ये थोड़ी जी खुशी जिहड़ी है दूजे पासे नूं चली जांदी है। बिल्कुल ठीक कहा तुसीं नवजोत जी। अज पहलां तां सारे दर्शकां नूं डी पंजाबी देखण वालिआं नूं बसंत पंचमी दीआं बहुत बहुत मुबारकां जी। ये इहो जिहा त्यौहार है जिहड़ा मौसम नाल जुड़िया होया ते मौसम आम तौर ते कहा जांदा है कि मौसम इस दिन तो अगे बदल जाता है, जिमें कि कहावत भी है कि आई बसंत पाला उड़ंत। पर इस बारी ये हो रहा कि पाला बहुता उड़ंत नहीं हो रहा, धुंदां पै रही। अज भी काफ़ी धुंद पंजाब के भी कई इलाकों के पई हुई है। दूसरी गल ये है कि फुੱਲ ਜਿਹੜੇ ਨੇ ਉਹ ਆਮ ਤੌਰ ਤੇ ਬਾਗਾਂ ਦੇ ਵਿੱਚ ਖਿੜਦੇ ਨੇ, ਮੌਸਮ ਥੋੜਾ ਖਿੜ ਜਾਂਦਾ ਹੈ ਤੇ ਇਸ ਵਾਰ ਥੋੜਾ ਲੇਟ ਜ਼ਰੂਰ ਹੈ, ਪਰ ਆਪਾਂ ਸਾਰੇ ਆਸ ਕਰਦੇ ਹਾਂ ਕਿ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਬਾਗਾਂ ਦੇ ਵਿੱਚ ਪੂਰੀਆਂ ਬਹਾਰਾਂ ਆ ਜਾਣਗੀਆਂ, ਫੁੱਲ ਖਿੜ ਜਾਣਗੇ। ਔਰ ਖਾਸ ਤੌਰ ਤੇ ਜਦੋਂ ਪੀਲੇ ਫੁੱਲ ਖਿੜਦੇ ਨੇ ਖੇਤਾਂ ਦੇ ਵਿੱਚ, ਸਰੋਂ ਦੇ ਫੁੱਲ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਉਹ ਖਿੜਨੇ ਸ਼ੁਰੂ ਹੋ ਜਾਂਦੇ ਔਰ ਖੇਤ ਜਿਹੜੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਬਸੰਤਮਈ ਹੋ ਜਾਂਦੇ ਆ। ਪਰ ਨਾਲ ਹੀ ਜਿਹੜਾ ਇੱਕ ਜਿਹੜਾ ਜਿਵੇਂ ਇਸ ਤਿਉਹਾਰ ਨਾਲ ਜੁੜੀ ਹੋਈ ਹੈ ਪਤੰਗਬਾਜ਼ੀ, ਕਿ ਪਤੰਗ ਉਡਾਉਣੇ ਬੱਚਿਆਂ ਨੂੰ ਜਿਹੜਾ ਉਹ ਖੇਡਾਂ ਦੇ ਵਿੱਚ ਜਿਹੜਾ ਉਹ ਜ਼ਰੂਰੀ ਹੈ ਕਿ ਸਾਡੇ ਕਲਚਰ ਦਾ ਹਿੱਸਾ ਵੀ ਹੈ, ਸੱਭਿਆਚਾਰ ਦਾ ਹਿੱਸਾ ਵੀ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਮੁਕਾਬਲੇ ਵੀ ਕਰਵਾਏ ਜਾਂਦੇ ਪਤੰਗਬਾਜ਼ੀ ਦੇ। ਪਰ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਉਹ ਪਤੰਗਬਾਜ਼ੀ ਦਾ ਜਿਹੜਾ ਸਾਡਾ मौसम है ਜਾਂ त्यौहार है ਜਾਂ एक्शन है वो कई बारी उदास एक्शन हो जाता है, बरलाव ਵਿੱਚ बदल जाता है। उस करके ਆਪਾਂ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਨੂੰ ਔਰ ਲੋਕਾਂ ਨੂੰ ਜਿਹੜੇ ਬਸੰਤ ਪੰਚਮੀ ਨੂੰ ਬੜੇ ਹੁਲਾਸ ਨਾਲ ਮਨਾਉਂਦੇ ਨੇ, ਉਹ ਇਹਨਾਂ ਗੱਲਾਂ ਦਾ ਵੀ ਪੂਰਾ ਧਿਆਨ ਰੱਖਣ ਕਿ ਆਪਣੇ ਬੱਚਿਆਂ ਦੇ ਨਾਲ ਰਹਿਣ ਜਦੋਂ ਪਤੰਗ ਉਡਾਉਣੇ ਆ। ਤੇ ਖਾਸ ਤੌਰ ਤੇ ਜਿਹੜੀ ਚਾਈਨਾ ਡੋਰ ਜਿਹੜੀ ਹੈ ਉਹ ਜੀ ਦਾ ਜੰਜਾਲ ਬਣੀ ਹੋਈ ਹੈ ਪਿਛਲੇ ਕੁਝ ਸਾਲਾਂ ਤੋਂ। ਹਾਲਾਂਕਿ ਉਹਦੇ ਉੱਤੇ ਪਾਬੰਦੀ ਲਗਾਈ ਗਈ ਹੈ, ਪਰ ਫਿਰ ਵੀ ਲੋਕ ਇਹਦੇ ਬਾਰੇ ਅਵੇਅਰ ਨਹੀਂ ਹੈਗੇ, ਸਜਗ ਨਹੀਂ ਹੈਗੇ। ਆਪਾਂ ਇਹ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਜਦੋਂ ਵੀ ਤੁਸੀਂ ਉਹਨਾਂ ਨੂੰ ਜਿਹੜਾ ਉਹ ਪਤੰਗ ਉਡਾਉਣ ਲਈ ਕਹਿਣਾ, ਉਹਨਾਂ ਦੇ ਨਾਲ ਹੋਵੋ ਔਰ ਖਾਸ ਤੌਰ ਤੇ ਜਿਹੜੀ ਆ ਉਹ ਡੋਰ ਦੇਸੀ ਵਰਤੀ ਜਾਏ ਤਾਂ ਜ਼ਿਆਦਾ ਅੱਛਾ ਹੈ ਔਰ ਉਹਦੇ ਨਾਲ ਜਿਹੜਾ ਇਹ ਫਿਰ ਖੁਸ਼ੀਆਂ ਹੋਰ ਜ਼ਿਆਦਾ ਦੂਣੀਆਂ ਚੌਣੀਆਂ ਹੋ ਜਾਣਗੀਆਂ ਔਰ ਕਿਸੇ ਵੀ ਤਰ੍ਹਾਂ ਦੇ ਬਰਲਾਪ ਵਿੱਚ ਨਹੀਂ ਬਦਲਣਗੀਆਂ। ਇਸ ਆਸ ਦੇ ਨਾਲ ਆਪਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਆਪਾਂ ਸ਼ੁਰੂ ਕਰਦੇ ਖਬਰਾਂ ਦਾ ਸਿਲਸਿਲਾ, ਜਿਹਦੇ ਵਿੱਚ ਸਭ ਤੋਂ ਪਹਿਲੀ ਖਬਰ ਟੂਲ ਕਿਟ ਮਾਮਲੇ ਦੇ ਨਾਲ ਜੁੜੀ ਹੋਈ ਹੈ। ਦਿਸ਼ਾ ਰਵੀ ਦੀ ਅਸੀਂ ਗੱਲ ਕੀਤੀ, ਗ੍ਰਿਫਤਾਰੀ ਹੋਈ, ਉਸ ਤੋਂ ਬਾਅਦ 2 ਹੋਰ ਗੈਰ ਜ਼ਮਾਨਤੀ ਜਿਹੜੇ ਵਾਰੰਟ ਜਾਰੀ ਹੋਏ ਨੇ। ਬਿਲਕੁਲ ਦੇਖੋ ਜੀ, ਇਹ ਮਾਮਲਾ ਕਾਫੀ ਗੰਭੀਰ ਤੇ ਗਹਿਰਾ ਮਾਮਲਾ ਹੈ, ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ। ਇੱਕ ਗ੍ਰਿਫਤਾਰੀ ਹੋਈ ਹੈ, 2 ਦੇ ਵਾਰੰਟ ਜਿਹੜੇ ਉਹ ਸ਼ਾਂਤਨੂ ਤੇ ਨਿਕਤਾ ਦੇ ਜਿਹੜੇ ਉਹ ਜਾਰੀ ਕੀਤੇ ਗਏ ਆ, ਗੈਰ ਜ਼ਮਾਨਤੀ ਵਾਰੰਟ। ਔਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ, ਜਿੱਥੋਂ ਤੱਕ ਜਿਹੜਾ ਉਹ ਦਿਸ਼ਾ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਜੋ ਪੁਲਿਸ ਨੇ ਜਾਰੀ ਕੀਤੇ ਨੇ ਬੁਲੇਟਿਨ, ਜਿੰਨੀ ਕੁ ਗੱਲਬਾਤ ਹੋਈ ਹੈ ਉਹਦੇ ਵਿੱਚ ਇਹ ਤੱਥ ਸਾਹਮਣੇ ਆਏ ਆ ਕਿ ਕੁਝ ਖਾਲਿਸਤਾਨ ਪੱਖੀ ਜਿਹੜੇ ਗਰੁੱਪ ਨੇ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਜਿਹੜੀ ਹੈ ਉਹ ਵਰਚੁਅਲ ਮੀਟਿੰਗ ਵੀ ਹੋਈ ਸੀਗੀ 26 ਵਾਲੇ ਜਿਹੜਾ ਕਿਸਾਨ ਅੰਦੋਲਨ ਦਾ 26 ਵਾਲਾ ਐਕਸ਼ਨ ਸੀਗਾ ਗਣਰਾਜ ਦਿਵਸ ਦੇ ਉੱਤੇ। ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਪਲਾਨ ਕੀਤਾ ਗਿਆ ਸੀ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਦੁਨੀਆ ਭਰ ਦੇ ਵਿੱਚ ਫੈਲਾਇਆ ਜਾਏ ਔਰ ਇਸੇ ਹੀ ਟੂਲ ਕਿਟ ਜਿਹੜੇ ਦਸਤਾਵੇਜ਼ ਹੈ ਇਸੇ ਨਹੀਂ ਜਿਹੜੇ ਉਹ ਦਿਸ਼ਾ ਰਵੀ ਔਰ ਇਹਨਾਂ ਨੇ ਇਕੱਠੇ ਹੋ ਕੇ ਜਿਹੜੀ ਇੱਕ ਐਪ ਬਣਾਈ ਸੀ ਔਰ ਉਹਦੇ ਟੈਲੀਗ੍ਰਾਮ ਰਾਹੀਂ ਔਰ ਫਿਰ ਉਸ ਤੋਂ ਬਾਅਦ WhatsApp ਰਾਹੀਂ ਫਿਰ WhatsApp ਡਿਲੀਟ ਕਰਕੇ ਉਹ ਸਾਰਾ ਗ੍ਰੇਟਾ ਤੱਕ ਵੀ ਇਹਨਾਂ ਨੇ ਹੀ ਪਹੁੰਚਾਇਆ ਸੀ ਤੇ ਉਹਨੇ ਫਿਰ ਅੱਗੇ ਦੁਨੀਆ ਭਰ ਦੇ ਵਿੱਚ ਉਹਨੂੰ ਆਪਣੇ WhatsApp ਤੇ ਨਸ਼ਰ ਕੀਤਾ ਸੀ। ਔਰ ਇਹ ਮਾਮਲਾ ਜਿਹੜਾ ਆ ਸਿਰਫ ਨਸ਼ਰ ਕਰਨ ਤੱਕ ਸੀਮਤ ਹੁੰਦਾ ਜਾਂ ਕਿਸਾਨ ਅੰਦੋਲਨ ਦੇ ਜਿਹੜੇ ਪੱਖ ਉਹਨਾਂ ਦੀ ਮਤਲਬ ਜਮਹੂਰੀ ਜਿਹੜਾ ਉਹ ਅਧਿਕਾਰ ਤੱਕ ਸੀਮਤ ਹੁੰਦਾ ਤਾਂ ਗੱਲ ਹੋਰ ਸੀ। ਲੇਕਿਨ ਜੋ ਮਾਮਲੇ ਸਾਹਮਣੇ ਆ ਰਹੇ ਆ ਕਿ ਉਹ ਸਿਰਫ ਜਿਹੜਾ ਉਹ ਕਿਸਾਨਾਂ ਦੇ ਅੰਦੋਲਨ ਨਾਲ ਉਹਦਾ ਵਾਸਤਾ ਜਿੰਨਾ ਕੁ ਸੀ ਉਹ ਅਲੱਗ ਗੱਲ ਹੈ, ਪਰ ਉਸ ਅੰਦੋਲਨ ਨੂੰ ਬਹਾਨਾ ਬਣਾ ਕੇ ਜਿਹੜਾ ਉਹ ਦੇਸ਼ ਦੇ ਖਿਲਾਫ, ਕਿਉਂਕਿ ਇਹ ਤਾਰ ਜਿਹੜੇ ਨੇ ਉਹ ਬਾਇਆ ਕੈਨੇਡਾ ਪਾਕਿਸਤਾਨ ਨਾਲ ਵੀ ਜੁੜੇ ਨੇ। ਇੱਕ ਵਿਅਕਤੀ ਦਾ ਜਿਹੜਾ ਧਾਲੀਵਾਲ ਦਾ ਜਿਹੜਾ ਉਹ ਜਿਹਨੇ ਇਹ ਸਾਰਾ ਨਾਮ ਸਾਹਮਣੇ ਆਇਆ ਕਿ ਜਿਹਨੇ ਇਹ ਲਿੰਕ ਭੇਜ ਕੇ ਜਿਹੜੀ ਆ ਵਰਚੁਅਲ ਮੀਟਿੰਗ ਜਿਹੜੀ ਉਹ ਪਲਾਨ ਕੀਤੀ ਸੀ ਔਰ ਇਹਨਾਂ ਨੇ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਜਿਹੜੀਆਂ ਉਹ ਸਾਹਮਣੇ ਲੈ ਕੇ ਆਉਂਦੀਆਂ ਸੀ ਕਿ ਇਹਨੂੰ ਇਸ ਤਰ੍ਹਾਂ ਚਲਾਇਆ ਜਾਏਗਾ। ਔਰ ਕੋਰਟ ਨੇ ਵੀ ਕਿਹਾ, ਕਿਉਂਕਿ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਜਿਹੜੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਆ ਇਹ ਵੀ ਕੋਰਟ
ਦੇ ਦਖਲ ਤੋਂ ਬਾਅਦ ਹੀ ਹੋਏ ਆ ਔਰ ਇੱਕ ਪਟੀਸ਼ਨ ਦੇ ਆਧਾਰ ਤੇ ਹੀ ਹੋਏ ਆ। ਔਰ ਜਿਹਦੇ ਤੋਂ ਇਹ ਲੱਗਦਾ ਕਿ ਮੁੱਢਲੇ ਤੌਰ ਤੇ ਇਹ ਗੱਲ ਜਿਹੜੀ ਉਹ ਸਾਫ਼ ਹੋ ਰਹੀ ਆ ਕਿ ਅਸਲ ਦੇ ਵਿੱਚ ਕਿਸਾਨ ਅੰਦੋਲਨ ਨਾਲ ਇਹਨਾਂ ਦਾ ਓਨਾ ਜ਼ਿਆਦਾ ਵਾਸਤਾ ਨਹੀਂ ਸੀਗਾ ਜਿੰਨਾ ਜ਼ਿਆਦਾ ਵਾਸਤਾ ਜਿਹੜਾ ਉਹ ਇਸ ਦੇਸ਼ ਨੂੰ ਜਿਹੜਾ ਹੈ ਉਹ ਅੰਦਰੋਂ ਕਮਜ਼ੋਰ ਕਰਨਾ ਤੇ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿੱਚ ਜਿਹੜਾ ਉਹ ਇੱਕ ਹਥਿਆਰ ਦੇਣਾ ਔਰ ਦੇਸ਼ ਨੂੰ ਜਿਹੜਾ ਹੈ ਉਹਨੂੰ ਬਦਨਾਮ ਕਰਨ ਵਾਲੀ ਸਾਜ਼ਿਸ਼ ਸੀ। ਇਹ ਗੱਲ ਜਿਹੜੀ ਹੈ ਉਹ ਪੁਲਿਸ ਨੇ ਜਾਰੀ ਵੀ ਕੀਤੀ ਹੈ ਔਰ ਇਹ ਅੱਗੋਂ ਜਿਹੜੇ ਉਹ ਰਾਜ਼ ਹੋਰ ਖੁੱਲ੍ਹਣ ਦੀ ਉਮੀਦ ਹੈਗੀ ਹੈ ਕਿ ਇਹ ਤੰਦਾਂ ਕਿਸ ਤਰ੍ਹਾਂ ਜਿਹੜਾ ਇਸ ਦੇਸ਼ ਦੇ ਵਿੱਚ ਜਿਹੜੇ ਖਾਲਿਸਤਾਨ ਪੱਖੀ ਸੰਗਠਨ ਕੰਮ ਕਰਦੇ ਨੇ ਉਹ ਕਿਵੇਂ ਬਾਹਰ ਵਾਲੀਆਂ ਜਿਹੜੀਆਂ ਉਹ ਸਾਜ਼ਿਸ਼ਾਂ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਗੁਆਂਢੀ ਦੇਸ਼ ਖਾਸ ਤੌਰ ਤੇ ਪਾਕਿਸਤਾਨ ਉਹ ਇਸ ਖਾਲਿਸਤਾਨ ਵਾਲੇ ਮੁੱਦੇ ਨੂੰ ਪਿਛਲੇ ਕਈ ਦਹਾਕਿਆਂ ਤੋਂ ਹਵਾ ਦੇ ਕੇ ਜਿਹੜਾ ਇਸ ਦੇਸ਼ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਰਦਾ ਰਿਹਾ। ਤੁਹਾਡੇ ਸਾਹਮਣੇ ਬਹੁਤ ਵੱਡੇ ਜਿਹੜੇ ਉਹ ਨਤੀਜੇ ਜਿਹੜੇ ਉਹ ਪਹਿਲਾਂ ਵੀ ਸਾਹਮਣੇ ਆ ਚੁੱਕੇ ਆ ਔਰ ਇਸ ਕਰਕੇ ਜਿਹੜਾ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਾਰੀ ਖਬਰ ਦੇ ਉੱਪਰ ਜਿਹੜਾ ਉਹ ਸਜਗਤਾ ਨਾਲ ਨਜ਼ਰ ਰੱਖਣੀ ਔਰ ਜਿਸ ਤਰ੍ਹਾਂ ਦੇ ਵੀ ਇਹ ਸੰਗਠਨ ਨੇ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰਨਾ। ਜੀ ਅਗਲੀ ਖਬਰ ਜਿਹੜੀ ਜੁੜੀ ਹੋਈ ਹੈ ਸਿਹਤ ਦੇ ਨਾਲ, ਕਿਉਂਕਿ ਜਦੋਂ ਕੋਰੋਨਾ ਮਹਾਮਾਰੀ ਦੀ ਗੱਲ ਕਰਦੇ ਟੀਕਾਕਰਨ ਜਿਹੜਾ ਚੱਲ ਰਿਹਾ, ਹੁਣ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਜੀ ਦਾ ਬਿਆਨ ਆਇਆ ਕਿ ਜਿਹੜੇ 50 ਸਾਲ ਤੋਂ ਉਮਰ ਦੇ ਲੋਕ ਨੇ ਉਹਨਾਂ ਦਾ ਟੀਕਾਕਰਨ ਅਗਲੇ 2-3 ਹਫ਼ਤਿਆਂ 'ਚ ਸ਼ੁਰੂ ਕਰਨ ਜਾ ਰਹੇ ਆ ਔਰ ਟੀਕਾਕਰਨ ਮੁਹਿੰਮ ਜਿਹੜੀ ਹੈ ਉਹ ਤੇਜ਼ੀ ਫੜੇਗੀ। ਹਾਂ, ਟੀਕਾਕਰਨ ਮੁਹਿੰਮ ਬਹੁਤ ਤੇਜ਼ੀ ਨਾਲ ਜਿਹੜੀ ਉਹ ਪਹਿਲਾਂ ਵੀ ਜ਼ੋਰ ਸ਼ੋਰ ਨਾਲ ਚੱਲੀ, ਜਿਵੇਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਾਡੇ ਫਰੰਟ ਲਾਈਨ ਵਰਕਰ ਸੀ, ਸਿਹਤ ਕਰਮਚਾਰੀ ਸੀ, ਪੁਲਿਸ ਕਰਮਚਾਰੀ ਸੀ, ਉਹਨਾਂ ਦਾ ਟੀਕਾਕਰਨ ਕੀਤਾ ਗਿਆ ਤੇ ਹੁਣ ਜਿਹੜਾ ਆ ਸੈਕੰਡ ਫੇਜ਼ ਜਿਹੜਾ ਉਹ 2 ਹਫ਼ਤਿਆਂ ਦੇ ਵਿੱਚ ਸ਼ੁਰੂ ਹੋ ਜਾਏਗਾ, ਜਿਹਦੇ ਵਿੱਚ 50 ਸਾਲ ਤੋਂ ਵਧੇਰੀ ਉਮਰ ਵਾਲੇ ਵਿਅਕਤੀਆਂ ਨੂੰ ਜਿਹੜਾ ਉਹ ਦੂਸਰਾ ਦੌਰ ਜਿਹੜਾ ਉਹ ਸ਼ੁਰੂ ਕਰਕੇ ਉਹਨਾਂ ਦਾ ਟੀਕਾਕਰਨ ਕੀਤਾ ਜਾਏਗਾ। ਲੇਕਿਨ ਇਹਦੇ ਨਾਲ ਹੀ ਜਿਹੜਾ ਇਹ ਹੈ ਕਿ ਬਹੁਤ ਸਾਰੇ ਭਰਮ ਭੁਲੇਖੇ ਜਿਵੇਂ ਕਿ ਪਹਿਲਾਂ ਵੀ ਫੈਲਾਏ ਜਾ ਰਹੇ ਸੀ ਕਿ ਜਿਵੇਂ ਇਹ ਜਿਹੜੀ ਮਤਲਬ ਵੈਕਸੀਨ ਟੀਕਾ ਇਹ ਜ਼ਿਆਦਾ ਸੁਰੱਖਿਅਤ ਨਹੀਂ ਹੈ, ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਛਾਇਆ ਕਰਕੇ। ਲੇਕਿਨ ਕਹਿਣਾ ਆਪਾਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਮਤਲਬ ਟੀਕਾ ਹੈ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿਵੇਂ ਕਿ ਜਿਹੜਾ ਉਹ ਸਿਹਤ ਵਿਭਾਗ ਨੇ ਵੀ ਜਾਰੀ ਕੀਤਾ ਔਰ ਇਹਦੇ ਨਤੀਜੇ ਵੀ ਸਾਹਮਣੇ ਆਏ ਨੇ ਬਕਾਇਦਾ ਤੌਰ ਤੇ। ਹੁਣ ਜਿਹੜਾ 50 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦਾ ਇਹ ਟੀਕਾਕਰਨ ਹੋਣਾ, ਉਹਦੇ ਵਾਸਤੇ ਵੀ ਜਿਹੜਾ ਉਹ ਮਾਨਸਿਕ ਤੌਰ ਤੇ ਦੇਸ਼ ਦੇ ਵਾਸੀਆਂ ਨੂੰ ਔਰ ਸਾਰੇ 50 ਸਾਲ ਤੋਂ ਉਮਰ ਦੇ ਵਿਅਕਤੀਆਂ ਨੂੰ ਤਿਆਰ ਹੋਣਾ ਚਾਹੀਦਾ ਹੈ, ਤਾਂ ਕਿ ਜਿਹੜਾ ਕਿਉਂਕਿ ਕੋਰੋਨਾ ਮਹਾਮਾਰੀ ਨੇ ਜੋ ਨੁਕਸਾਨ ਪਿਛਲੇ 11 ਮਹੀਨਿਆਂ ਦੇ ਵਿੱਚ ਕੀਤਾ, ਉਸ ਨੁਕਸਾਨ ਦੀ ਭਰਪਾਈ ਤਾਂ ਹੀ ਹੋਣੀ ਹੈ ਜੇ ਮਾਨਸਿਕ ਤੌਰ ਤੇ ਵੀ ਅਸੀਂ ਉਨੇ ਸਜਗ ਹੋਈਏ ਔਰ ਇਸ ਗੱਲ ਦੇ ਨਾਲ ਮੁਕਾਬਲਾ ਕਰਨ ਲਈ ਪੂਰੇ ਤਿਆਰ ਹੋਈਏ ਕਿ ਜੇ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਫੈਲ ਰਹੀਆਂ ਨੇ ਮਤਲਬ ਕੋਰੋਨਾ ਮਹਾਮਾਰੀ ਦੀਆਂ ਜਾਂ ਮਤਲਬ ਅੱਗੋਂ ਬਿਮਾਰੀ ਦਾ ਜੋ ਦੂਸਰਾ ਤੀਸਰਾ ਫੇਜ਼ ਜਿਹੜਾ ਉਹ ਸ਼ੁਰੂ ਹੋਣ ਨੂੰ ਫਿਰਦਾ ਸਾਰੀ ਦੁਨੀਆ ਦੇ ਵਿੱਚ, ਕੁਝ ਥਾਵਾਂ ਤੇ ਦੁਆਰਾ ਲਾਕਡਾਊਨ ਵੀ ਲੱਗੇ ਆ, ਉਹਦੇ ਤੋਂ ਬਚਾਅ ਇਹੀ ਹੈ ਕਿ ਅਸੀਂ ਜਿਹੜਾ ਉਹ ਟੀਕਾਕਰਨ ਜਿੰਨੀ ਜਲਦੀ ਹੋ ਸਕੇ ਔਰ ਜਿੰਨੇ ਕੌਨਫੀਡੈਂਸ ਨਾਲ ਲਗਵਾ ਸਕੀਏ ਉਨਾ ਹੀ ਜਿਹੜਾ ਉਹ ਇਸ ਦੇਸ਼ ਲਈ ਵੀ ਔਰ ਸਾਡੇ ਸਾਰੇ ਸਮਾਜ ਲਈ ਵੀ ਇਹ ਵਧੀਆ ਹੋਏਗਾ। ਤੇ ਦੂਸਰੀ ਗੱਲ ਜਿਹੜੀ ਆਪਾਂ ਮਤਲਬ ਹੋਰ ਜਿਹੜੀ ਸਜਗ ਤੌਰ ਤੇ ਪੂਰੀ ਤਰ੍ਹਾਂ ਉਹ ਕਹਿਣਾ ਚਾਹੁੰਦੇ ਆ ਕਿ ਉਹਦੇ ਵਿੱਚ ਇਹ ਵੀ ਆ ਮਤਲਬ ਇਹ ਤਾਂ ਹੈ ਕਿ ਅਸੀਂ ਮਤਲਬ ਪੂਰੀ ਤਰ੍ਹਾਂ ਤਿਆਰ ਹੋਈਏ। ਦੂਸਰਾ ਇਹ ਹੈ ਕਿ ਇਹਦੇ ਨਾਲ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਟੀਕਾ ਲਗਵਾ ਲਿਆ, ਜਿਵੇਂ ਕਿ ਡਾਕਟਰੀ ਤੌਰ ਤੇ ਵੀ ਕਿਹਾ ਗਿਆ ਕਿ ਅਸਲ 'ਚ ਵੈਕਸੀਨ ਹੋਣ ਤੋਂ ਬਾਅਦ ਵੀ 28 ਦਿਨਾਂ ਤੱਕ ਸਾਵਧਾਨੀ ਰੱਖਣੀ ਜ਼ਰੂਰੀ ਹੈ। ਲੇਕਿਨ ਦੁਨੀਆ ਭਰ ਦੇ ਡਾਕਟਰਾਂ ਨੇ ਇਹ ਵੀ ਕਿਹਾ ਕਿ ਇਸ ਦੇ ਬਾਵਜੂਦ ਚਾਹੇ ਤੁਸੀਂ ਵੈਕਸੀਨ ਲਗਵਾ ਲਓ ਚਾਹੇ ਟੀਕਾਕਰਨ ਹੋ ਜਾਵੇ, ਇਸ ਦੇ ਬਾਵਜੂਦ ਉਹ ਗਾਈਡਲਾਈਨਸ ਜਿਹੜੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ, ਸਿਹਤ ਵਿਭਾਗ ਵੱਲੋਂ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਵਰਲਡ ਜਿਹੜੀ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਜਾਰੀ ਕੀਤੀਆਂ ਜਾ ਰਹੀਆਂ, ਉਹ ਹੈ ਕਿ ਸੋਸ਼ਲ ਡਿਸਟੈਂਸਿੰਗ ਤੇ ਜਿਹੜੇ ਉਹ ਹੈਂਡ ਵਾਸ਼ ਤੇ ਬਾਕੀ ਜਿਹੜੀਆਂ ਸਾਵਧਾਨੀਆਂ ਉਹਨਾਂ ਨੂੰ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਇਹਨਾਂ ਦਾ ਧਿਆਨ ਨਹੀਂ ਰੱਖਾਂਗੇ, ਜੇ ਜਿਹੜਾ ਉਹ ਸਮਾਜਿਕ ਦੂਰੀ ਇੱਕ ਦੂਸਰੇ ਤੋਂ ਬਣਾ ਕੇ ਨਹੀਂ ਰੱਖਾਂਗੇ, ਜੇ ਅਸੀਂ ਲਗਾਤਾਰ ਜਿਹੜਾ ਉਹ ਸਫਾਈ ਨਹੀਂ ਰੱਖਾਂਗੇ, ਜੇ ਲਗਾਤਾਰ ਜਿਹੜੇ ਉਹ ਹੱਥ ਧੋ ਕੇ ਨਹੀਂ ਰੱਖਾਂਗੇ, ਜੇ ਜਿਹੜਾ ਉਹ ਆਪਣੇ ਮਾਸਕ ਨਹੀਂ ਪਹਿਨਾਂਗੇ ਤੇ ਇਹ ਬਿਮਾਰੀ ਜਿਹੜੀ ਹੈ ਉਹ ਕਿਸੇ ਵੀ ਵੇਲੇ, ਕਿਉਂਕਿ ਵਾਇਰਸ ਹੈ ਜਿਹਦਾ ਆਮ ਤੌਰ ਤੇ ਪਤਾ ਨਹੀਂ ਲੱਗਦਾ ਔਰ ਪਤਾ ਆਪਾਂ ਨੂੰ ਪਤਾ ਹੈ ਕਿ 14 ਦਿਨਾਂ ਤੋਂ ਬਾਅਦ ਨਤੀਜਾ ਸਾਹਮਣੇ ਆਉਂਦਾ ਜਾਂ 14 ਦਿਨਾਂ ਦੇ ਵਿੱਚ ਕਦੇ ਵੀ ਆ ਸਕਦਾ ਹੈ। ਇਸ ਕਰਕੇ ਇੱਕਦਮ ਪਤਾ ਨਹੀਂ ਲੱਗਦਾ ਕਿ ਆਖਰਕਾਰ ਇਹ ਬਿਮਾਰੀ ਲਾਗ ਦੀ ਬਿਮਾਰੀ ਹੈ, ਸਪਰਸ਼ ਦੀ ਬਿਮਾਰੀ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਗਾਈਡਲਾਈਨਸ ਦਾ ਪਾਲਣ ਹਰ ਵਿਅਕਤੀ ਕਰਦਾ ਰਹੇ, ਇਸ ਦੇ ਬਾਵਜੂਦ ਕਿ ਵੈਕਸੀਨ ਉਹਨੂੰ ਲੱਗ ਜਾਵੇ। ਜੀ ਅਜਲ ਸਾਹਿਬ ਅਗਲੀ ਖਬਰ ਦੀ ਗੱਲ ਕਰਦੇ, ਸੋਸ਼ਲ ਮੀਡੀਆ ਨਾਲ ਜਿਹੜੀ ਜੁੜੀ ਹੋਈ ਖਬਰ ਹੈ, WhatsApp ਦੀ ਗੱਲ ਕਰਦੇ ਆ, Facebook ਦੀ ਗੱਲ ਕਰਦੇ, ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ, ਜਵਾਬ ਮੰਗਿਆ WhatsApp ਦੇ ਕੋਲੋਂ, Facebook ਦੇ ਕੋਲੋਂ ਤੇ ਨਾਲ ਹੀ ਉਹਨਾਂ ਨੇ ਇੱਕ ਜਵਾਬ ਮੰਗਿਆ, ਨੋਟਿਸ ਭੇਜਿਆ ਕੇਂਦਰ ਸਰਕਾਰ ਨੂੰ। ਇਹ ਕਿਸ ਸੰਦਰਭ ਦੇ ਵਿੱਚ ਹੈ ਸਾਰਾ ਨੋਟਿਸ? ਦੇਖੋ ਗੱਲ ਇਹ ਹੈ ਕਿ ਅਸਲ ਦੇ ਵਿੱਚ WhatsApp ਨੇ ਔਰ ਇਹਨੇ Facebook ਨੇ ਇਹ ਪਿਛਲੇ ਸਮੇਂ ਦੇ ਵਿੱਚ ਕੁਝ ਗਾਈਡਲਾਈਨਸ ਇਸ ਤਰ੍ਹਾਂ ਦੀ ਪਾਲਿਸੀ ਨਸ਼ਰ ਕੀਤੀ ਹੈ ਜਿਹਦੇ ਵਿੱਚ ਵਿਅਕਤੀ ਦੀ ਸੁਰੱਖਿਆ ਜਿਹੜੀ ਹੈ, ਕਿਉਂਕਿ ਆਮ ਤੌਰ ਤੇ ਆਪਾਂ ਸੋਸ਼ਲ ਮੀਡੀਆ ਤੇ ਗੱਲਬਾਤ ਕਰਦੇ ਹਾਂ, ਇੱਕ ਦੂਸਰੇ ਨੂੰ ਮੈਸੇਜ ਦਿੰਦੇ ਆ, ਹੋਰ ਜਿਹੜੀਆਂ ਪੋਸਟਾਂ ਪਾਉਂਦੇ ਆ, ਲੇਕਿਨ ਉਹਦੇ ਨਾਲ ਜੁੜੀ ਹੋਈ ਹੈ ਤੁਹਾਡੀ ਆਪਣੀ ਨਿੱਜੀ
ਸੁਰੱਖਿਆ ਬਿਲਕੁਲ ਸਹੀ ਔਰ ਨਿੱਜੀ ਸੁਰੱਖਿਆ ਤੇ ਨਿੱਜੀ ਐਕਸਪ੍ਰੈਸ਼ਨ ਜਿਹੜਾ ਉਹ ਤੁਹਾਡਾ ਜੁੜਿਆ ਹੋਇਆ ਹੈ। ਲੇਕਿਨ ਜਦੋਂ ਇਹ ਪਾਲਿਸੀ ਬਦਲਦੀ ਹੈ ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜੋ ਡਾਟਾ ਆ, ਜੋ ਤੁਹਾਡਾ ਫੇਸਬੁੱਕ ਤੇ ਪਿਆ, ਕੰਪਿਊਟਰ ਤੇ ਪਿਆ, ਕਿਸੇ ਵੀ ਹੋਰ ਸੋਸ਼ਲ ਸਾਈਟ ਤੇ ਪਿਆ, ਉਹ ਡਾਟਾ ਜਿਹੜਾ ਕਿੰਨਾ ਸੁਰੱਖਿਅਤ ਹੈ, ਇਹ ਗੱਲ ਬਹੁਤ ਵੱਡੀ ਹੈ। ਔਰ ਸੁਪਰੀਮ ਕੋਰਟ ਨੇ ਕੱਲ ਜਿਹੜਾ ਇੱਕ ਪਟੀਸ਼ਨ ਦੇ ਆਧਾਰ ਉੱਤੇ ਫੈਸਲਾ ਜਿਹੜਾ ਉਹ ਦਿੱਤਾ ਕਿ WhatsApp, Facebook ਤੇ ਪਲੱਸ ਜਿਹੜਾ ਉਹ ਨਾਲ ਹੀ ਜਿਹੜਾ ਉਹ ਕੇਂਦਰ ਸਰਕਾਰ ਵੀ ਇਸ ਗੱਲ ਦਾ ਜਵਾਬ ਦੇਵੇ ਕਿ ਉਹਦੇ ਲਈ ਮਤਲਬ ਵਿਅਕਤੀ ਦੇ ਡਾਟਾ ਦੀ ਸੁਰੱਖਿਆ ਲਈ ਤੁਸੀਂ ਕੀ ਕਰ ਰਹੇ ਹੋ ਜਾਂ ਮਤਲਬ ਕੀ ਹੋਣਾ ਚਾਹੀਦਾ। ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਬੇਸ਼ੱਕ ਮਤਲਬ ਲੱਖਾਂ ਡਾਲਰਾਂ ਦੀ ਕੰਪਨੀ ਹੋਏਗੀ, ਸੁਪਰੀਮ ਕੋਰਟ ਦੀ ਜੋ ਵਰਡਿੰਗ ਹੈ ਉਹਨਾਂ ਨੇ, ਲੇਕਿਨ ਵਿਅਕਤੀ ਦੀ ਨਿੱਜੀ ਸੁਰੱਖਿਆ ਜਿਹੜੀ ਉਹ ਉਹਦੇ ਤੋਂ ਕਿਤੇ ਜ਼ਿਆਦਾ ਮਹਿੰਗੀ ਹੈ ਔਰ ਕਿਤੇ ਜ਼ਿਆਦਾ ਵੱਡੀ ਹੈ। ਇਸ ਕਰਕੇ ਕੇਂਦਰ ਸਰਕਾਰ ਵੀ ਇਸ ਗੱਲ ਦਾ ਜਵਾਬ ਦੇਵੇ। ਹਾਲਾਂਕਿ WhatsApp ਨੇ ਤੇ Facebook ਨੇ ਇਹ ਜਿਹੜੀ ਨਵੀਂ ਪਾਲਿਸੀ ਹੈ ਮਤਲਬ ਇਹਦੀ ਨਿੱਜਤਾ ਵਾਲੀ, ਇਹਨੂੰ ਮਈ ਤੱਕ ਵੈਸੇ ਇਹਦਾ ਸਮਾਂ ਵਧਾ ਦਿੱਤਾ, ਮਈ ਤੱਕ ਅਜੇ ਲਾਗੂ ਨਹੀਂ ਹੋਣੀ, ਲੇਕਿਨ ਮਈ ਤੋਂ ਬਾਅਦ ਜਦੋਂ ਲਾਗੂ ਹੋਣੀ ਹੈ ਉਸ ਤੋਂ ਪਹਿਲਾਂ ਹੀ ਇਹਦੇ ਬਾਰੇ ਕਾਫੀ ਜਿਹੜੀ ਉਹ ਕੰਟਰੋਵਰਸੀ ਸ਼ੁਰੂ ਹੋਈ ਹੈ, ਜਿਹਦੇ ਵਿੱਚ ਹੁਣ ਕੋਰਟ ਦਾ ਦਖਲ ਵੀ ਸ਼ਾਮਲ ਹੋ ਗਿਆ, ਸੁਪਰੀਮ ਕੋਰਟ ਦਾ ਵੀ। ਔਰ ਇਹ ਗੱਲ ਬੇਹੱਦ ਜ਼ਰੂਰੀ ਹੈ ਕਿ ਤਾਂ ਹੀ ਕੋਈ ਵਿਅਕਤੀ ਜਿਹੜਾ ਉਹ ਸੋਸ਼ਲ ਮੀਡੀਆ ਤੇ ਆਪਣਾ ਕੰਮ ਕਰ ਸਕੇਗਾ ਜਾਂ ਆਪਣੇ ਜਿਹੜਾ ਫ੍ਰੀਲੀ ਜਿਹੜਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੇਗਾ, ਜੇ ਉਹਨੂੰ ਇਸ ਗੱਲ ਦਾ ਯਕੀਨ ਹੋਏਗਾ ਕਿ ਉਹ ਜੋ ਕੁਝ ਕੰਮ ਕਰ ਰਿਹਾ ਉਹਦੀ ਨਿੱਜੀ ਸੁਰੱਖਿਆ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਉਹ ਸੁਰੱਖਿਅਤ ਹੈ। ਜੇ ਇਹ ਨਹੀਂ ਹੋਏਗਾ, ਕਿਉਂਕਿ ਇਹ ਭਰੋਸਾ ਦਿਵਾਉਣਾ ਬੇਹੱਦ ਜ਼ਰੂਰੀ ਹੈ। ਔਰ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਕਿ ਤੁਹਾਡਾ ਆਪਣਾ ਡਾਟਾ ਜਿਹੜਾ ਆ, ਜਿਵੇਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਿਰ ਪਬਲਿਕ ਹੋ ਜਾਂਦਾ ਜਾਂ ਇਹੋ ਜਿਹੇ ਮਤਲਬ ਪੋਰਟਲਾਂ ਦੇ ਹੱਥਾਂ ਵਿੱਚ ਚਲੇ ਜਾਂਦਾ, ਇਹੋ ਜਿਹੇ ਲੋਕਾਂ ਦੇ ਹੱਥਾਂ ਵਿੱਚ ਚਲੇ ਜਾਂਦਾ ਜਿਹੜੇ ਫਿਰ ਉਹਦਾ ਗਲਤ ਇਸਤੇਮਾਲ ਕਰਦੇ ਆ, ਜਿਹਦੇ ਵਿੱਚ ਤੁਹਾਡੀਆਂ ਬੈਂਕ ਡਿਟੇਲਸ ਵੀ ਜੁੜੀਆਂ ਹੁੰਦੀਆਂ, ਜਿਹਦੇ ਵਿੱਚ ਤੁਹਾਡਾ ਆਪਣਾ ਜਿਹੜਾ ਬਹੁਤ ਸਾਰੇ ਸੰਬੰਧ ਜੁੜੇ ਹੋਏ ਹੁੰਦੇ ਆ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਸ ਦੇ ਵਿੱਚ ਜਿਹੜਾ ਉਹ ਸੁਪਰੀਮ ਕੋਰਟ ਨੂੰ ਜਿਹੜਾ ਅੱਗੋਂ ਜਵਾਬ ਜਿਹੜਾ ਉਹ ਕੇਂਦਰ ਸਰਕਾਰ ਵੀ ਦੇਗੀ ਔਰ ਉਹ ਕੰਪਨੀਆਂ ਵੀ ਦੇਣਗੀਆਂ। ਲੇਕਿਨ ਬਹੁਤ ਜ਼ਰੂਰੀ ਹੈ ਕਿ ਮਈ ਤੋਂ ਪਹਿਲਾਂ ਜਦੋਂ ਤੱਕ ਇਹ ਲਾਗੂ ਹੋਣਾ ਉਹਦੇ ਲਈ ਇਹਦੇ ਵਿੱਚ ਕੁਝ ਹੋਰ ਸੋਧਾਂ ਜਿਹੜੀਆਂ ਉਹ ਹੋ ਜਾਣ ਤਾਂ ਕਿ ਵਿਅਕਤੀ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਕੋਈ ਆਂਚ ਨਾ ਜੀ। ਅਗਲੀ ਖਬਰ ਦੀ ਗੱਲ ਕਰਦੇ ਜਿਹੜੀ ਮੌਸਮ ਦੇ ਨਾਲ ਜੁੜੀ ਹੋਈ ਹੈ। ਮੌਸਮ ਚਾਹੇ ਜੋਲ ਸਾਹਿਬ ਹੁਣ ਅਸੀਂ ਅਮਰੀਕਾ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਆਪਣੇ ਸੂਬੇ ਦੇ ਵੱਲ ਆ ਜਾਈਏ, ਮੌਸਮ ਨੇ ਮਿਜਾਜ਼ ਬਦਲਿਆ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹੀ ਜਿਵੇਂ ਆਪਾਂ ਇਸ ਮਤਲਬ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਬਸੰਤ ਪੰਚਮੀ ਤੋਂ ਕਿ ਆਈ ਬਸੰਤ ਪਾਲਾ ਉਡੰਤ ਤੋਂ, ਲੇਕਿਨ ਇਸ ਵਾਰ ਇਹ ਹੋ ਰਿਹਾ ਜਾਂ ਪਿਛਲੇ ਕੁਝ ਸਮੇਂ ਤੋਂ ਇਹ ਹੋ ਰਿਹਾ ਕਿ ਮੌਸਮ ਲਗਾਤਾਰ ਜਿਹੜਾ ਉਹ ਬਦਲਦਾ ਜਾ ਰਿਹਾ। ਜਿਨ੍ਹਾਂ ਦਿਨਾਂ ਦੇ ਵਿੱਚ ਆ ਕੇ ਜਿਹੜਾ ਉਹ ਜਿਹੜੇ ਫੁੱਲ ਖਿੜਨੇ ਹੁੰਦੇ ਆ ਔਰ ਹਵਾਵਾਂ ਜਿਹੜੀਆਂ ਉਹ ਥੋੜੀਆਂ ਨਿੱਘੀਆਂ ਹੋ ਜਾਣੀਆਂ ਹੁੰਦੀਆਂ, ਉਹਨਾਂ ਦਿਨਾਂ ਦੇ ਵਿੱਚ ਇਹ ਮੁੜ ਕੇ ਫਿਰ ਜਿਹੜੀਆਂ ਉਹ ਸਰਦ ਹੋ ਰਹੀਆਂ। ਔਰ ਪਿਛਲੇ ਦਿਨਾਂ 'ਚ ਤੁਸੀਂ ਇਹ ਵੀ ਦੇਖਿਆ ਕਿ ਉੱਤਰਾਖੰਡ ਦੇ ਵਿੱਚ ਜਿਵੇਂ ਗਲੇਸ਼ੀਅਰ ਫਟਣ ਤੋਂ ਬਾਅਦ ਜੋ ਮੌਸਮ ਨੇ ਜਿਹੜੀ ਉਧਰ ਕਰਵਟ ਲਈ ਔਰ ਜੋ ਕਰਵਟ ਜਿਹੜੀ ਉਹ ਅਮਰੀਕਾ ਦੇ ਵਿੱਚ ਹੁਣ ਉਡਾਨਾਂ ਤੱਕ ਰੱਦ ਕਰਨੀਆਂ ਪੈ ਗਈਆਂ। ਔਰ ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਉਹ ਤੁਸੀਂ ਦੇਖੋ ਕਿ ਸੜਕਾਂ ਤੇ ਕਿੰਨੀ ਧੁੰਦ ਹੈ ਕਿ ਮੱਧ ਫਰਵਰੀ ਤੋਂ ਬਾਅਦ ਜਿਹੜੀ ਹੈ ਉਹ ਇੰਨੀ ਧੁੰਦ ਪੈਣੀ ਮੌਸਮ ਨੂੰ। ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਮ ਲੋਕ ਇਹਦੇ ਬਾਰੇ ਸਜਗ ਹੋਣ ਔਰ ਆਪਣੀ ਸਾਵਧਾਨੀ ਵੀ ਰੱਖਣ। ਜੀ ਡਾਕਟਰ ਸਾਹਿਬ, ਹੁਣ ਸਮਾਂ ਆ ਰਿਹਾ ਜੀ ਖਾਸ ਖਬਰ ਇੱਕ ਨਜ਼ਰ ਪ੍ਰੋਗਰਾਮ ਨੂੰ ਸਮੇਟਣ ਦਾ। ਤੁਸੀਂ ਸਟੂਡੀਓ 'ਚ ਆਏ, ਚਰਚਾ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਲਗਾਤਾਰ ਲਾਈਵ ਬਣੇ ਸੀ। ਸ਼ੁਕਰੀਆ।